ਹਾਂਜੀ, ਗੁੱਡ ਮੋਰਨਿੰਗ ਸਟੂਡੈਂਟ। ਸੋ ਅੱਜ ਆਪਾਂ ਗੱਲ ਕਰਾਂਗੇ ਹਿਸਟਰੀ ਦੀ ਸੈਕਿੰਡ ਬੁੱਕ ਦੀ। ਫਸਟ ਬੁੱਕ ਦੇ ਆਪਾਂ 4 ਲੈਸਨ ਕੰਪਲੀਟ ਕਰ ਲੈਣੇ। ਸੈਕਿੰਡ ਬੁੱਕ ਹਿਸਟਰੀ 12 ਕਲਾਸ, ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਥੀਮ 5 ਦੀ। 5 ਥੀਮ ਦਾ ਦੇਖੋ ਜਿਹੜਾ ਆਪਣਾ 5th ਚੈਪਟਰ ਹੈ, ਥਰੂ ਦੀ ਆਈਸ ਆਫ ਟਰੈਵਲਰ। ਯਾਨੀ ਕਿ ਜੋ ਵੀ ਟਰੈਵਲਰ ਸੀਗੇ ਇੰਡੀਆ ਦੇ ਵਿੱਚ ਜਿਹੜੇ ਆਏ, ਉਹਨਾਂ ਦੇ ਨਜ਼ਰੀਏ ਦੇ ਦੁਆਰਾ ਇੰਡੀਆ ਨੂੰ ਕਿਸ ਤਰ੍ਹਾਂ ਜਾਂਚਿਆ, ਕਿਸ ਤਰ੍ਹਾਂ ਪਹਿਚਾਨਿਆ ਉਹਨਾਂ ਨੇ। ਸੋ ਕਦੋਂ ਆਈ ਸੀ, ਕਹਿੰਦੇ ਇਹ 10th ਸੈਂਚੁਰੀ ਤੋਂ ਲੈ ਕੇ 17th ਸੈਂਚੁਰੀ ਤੱਕ, ਯਾਨੀ ਕਿ 10ਵੀਂ ਸ਼ਤਾਬਦੀ ਤੋਂ ਲੈ ਕੇ 17ਵੀਂ ਸ਼ਤਾਬਦੀ ਤੱਕ ਆਪਣੇ ਆਪਣੇ ਟਾਈਮ ਦੇ ਅਕੋਰਡਿੰਗ ਜਿਹੜੇ 3 ਟਰੈਵਲਰ ਸੀ ਇਹਨਾਂ ਨੇ ਇੰਡੀਆ ਦੇ ਵਿੱਚ ਆਏ। ਉਸ ਟਾਈਮ ਜੋ ਇੰਡੀਆ ਦੇ ਵਿੱਚ ਜੋ ਵੀ ਕੰਡੀਸ਼ਨ ਸੀ ਕਲਚਰ ਨੂੰ ਲੈ ਕੇ, ਜਾਂ ਜੋ ਵੀ ਕਿੰਗ ਵਗੈਰਾ ਸੀਗੇ, ਜੋ ਰਾਜੇ ਵਗੈਰਾ ਸੀ, ਜੋ ਵੀ ਜਿਸ ਦਾ ਅੰਪਾਇਰ ਸੀਗਾ, ਉਸ ਦੇ ਉੱਤੇ ਇਹਨਾਂ ਨੇ ਆਪਣੀ ਜਿਹੜੀ ਗੱਲਬਾਤ ਉਹ ਦੱਸੀ। ਸੋ ਫਸਟ ਆਇਆ ਸੀ ਜੀ ਅਲ ਬਰੂਨੀ, ਸੈਕਿੰਡ ਆਇਆ ਇਬਨ ਬਤੂਤਾ, ਥਰਡ ਆਇਆ ਬੈਰੀਨਰ। ਸੋ ਅਲ ਬਰੂਨੀ ਫਸਟ ਜਦੋਂ ਆਉਂਦਾ ਉਹ 11th ਸੈਂਚੁਰੀ ਦੇ ਵਿੱਚ, ਅਤੇ ਇਬਨ ਬਤੂਤਾ ਆਇਆ ਸੀਗਾ 14th ਸੈਂਚੁਰੀ ਦੇ ਵਿੱਚ। ਅਤੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਬੈਰੀਨਰ ਦੀ, ਤਾਂ ਬੈਰੀਨਰ ਆਇਆ ਸੀ 17th ਸੈਂਚੁਰੀ ਦੇ ਵਿੱਚ। ਤਾਂ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਇਹ ਥਰੂ ਦੀ ਆਈਸ ਆਫ ਟਰੈਵਲਰ 10th ਸੈਂਚੁਰੀ ਤੋਂ ਲੈ ਕੇ 17th ਸੈਂਚੁਰੀ ਤੱਕ, ਯਾਨੀ ਕਿ 10ਵੀਂ ਸ਼ਤਾਬਦੀ ਤੋਂ ਲੈ ਕੇ 17ਵੀਂ ਸ਼ਤਾਬਦੀ ਤੱਕ। ਤਾਂ ਹੁਣ ਇਹਨਾਂ ਤਿੰਨਾਂ ਦੇ ਉੱਪਰ ਹੀ ਸਾਰਾ ਜਿਹੜਾ ਆਪਣਾ ਲੈਸਨ ਹੈ ਉਹ ਆਪਾਂ ਡਿਸਕਸ ਕਰਾਂਗੇ। ਫਸਟ ਅੱਜ ਆਪਾਂ ਗੱਲ ਕਰਾਂਗੇ ਅਲ ਬਰੂਨੀ ਦੀ। ਅਲ ਬਰੂਨੀ ਕੌਣ ਸੀ, ਕਿੱਥੋਂ ਆਇਆ ਇੰਡੀਆ ਦੇ ਵਿੱਚ, ਕਿ ਤਾਂ ਕਿਹੜੇ ਉਸ ਟਾਈਮ ਰਾਜੇ ਦਾ ਜਿਹੜਾ ਅੰਪਾਇਰ ਸੀ, ਕਿਹੜਾ ਕਿੰਗ ਸੀ ਉਸ ਟਾਈਮ ਜੋ ਰਾਜ ਕਰ ਰਿਹਾ ਸੀਗਾ। ਸੋ ਦੇਖੋ ਫਸਟ ਦੇ ਵਿੱਚ ਆਪਣਾ ਦਿੱਤਾ ਹੋਇਆ ਅਲ ਬਰੂਨੀ ਐਂਡ ਦਾ ਕਿਤਾਬੁਲ ਹਿੰਦ ਹੁਣ ਕਿਉਂ ਦੱਸਿਆ ਜੀ ਇਹਨਾਂ ਨੇ, ਕਹਿੰਦੇ ਵੀ ਜਿਹੜਾ ਅਲ ਬਰੂਨੀ ਸੀ ਜਦੋਂ ਇੰਡੀਆ ਦੇ ਵਿੱਚ ਆਇਆ ਤਾਂ ਉਹਨੇ ਸਭ ਤੋਂ ਪਹਿਲਾਂ ਆਪਣੀ ਜਿਹੜੀ ਬੁੱਕ ਲਿਖੀ ਸੀ, ਇੱਕੋ ਹੀ ਕਿਤਾਬ ਜਿਹੜੀ ਉਹਨੇ ਲਿਖੀ ਉਹ ਕਿਹੜੀ ਸੀਗੀ, ਕਿਤਾਬੁਲ ਹਿੰਦ ਮਤਲਬ ਯਾਨੀ ਕਿ ਜੋ ਇਸ ਟਾਈਮ ਦੇ ਵਿੱਚ ਆਪਣਾ ਹਿੰਦੂ ਵਰਡ ਆ ਦੇਖੋ ਇੱਥੇ, ਹਿੰਦੂ ਵਰਡ ਤੋਂ ਲੈ ਕੇ ਜਿਹੜਾ ਓਲਡ ਪਰਸ਼ੀਅਨ ਵਰਡ ਸੀਗਾ ਹਿੰਦੂ, ਤਾਂ ਉਸ ਤੋਂ ਉੱਪਰ ਇਹਨੇ ਜੋ ਇੰਡੀਆ ਦੇ ਵਿੱਚ ਜੋ ਵੀ ਸਾਰਾ ਉਸ ਟਾਈਮ ਹਿੰਦੂ, ਇੰਡਸ ਨਦੀ ਨੂੰ ਵੀ ਥੋੜ੍ਹਾ ਜਿਹਾ ਸਿੰਧੂ ਨਦੀ ਤੋਂ ਲੈ ਕੇ ਤਾਂ ਹਿੰਦ ਉਦੋਂ ਉਸ ਟਾਈਮ ਦੇ ਵਿੱਚ ਉਹਦੇ ਅਕੋਰਡਿੰਗ ਇਹਨੇ ਸਾਰੀ ਜਿਹੜੀ ਬੁੱਕ ਹੈ ਆਪਦੀ ਕਿਤਾਬੁਲ ਹਿੰਦ, ਯਾਨੀ ਕਿ ਇਹਨੂੰ ਨਾਂ ਆਪਣੀ ਬੁੱਕ ਨੂੰ ਕੀ ਦਿੱਤਾ ਇਹਨੇ, ਕਿਤਾਬੁਲ ਹਿੰਦ ਮਤਲਬ ਜੋ ਵੀ ਸਾਰੀ ਹਿੰਦੁਸਤਾਨ ਦੀ ਜਾਂ ਇੰਡੀਆ ਦੀ ਸਾਰਾ ਜੋ ਵੀ ਕਲਚਰ ਵਗੈਰਾ ਜੋ ਵੀ ਇਹਨੇ ਸਾਰਾ ਕੁਛ ਦੇਖਿਆ ਉਹਦੇ ਵਿੱਚ ਰਾਈਟ ਕੀਤਾ। ਸੋ ਸਟਾਰਟਿੰਗ ਦੇ ਵਿੱਚ ਆਪਾਂ ਪਹਿਲਾਂ ਗੱਲ ਕਰਾਂਗੇ ਅਲ ਬਰੂਨੀ ਦੀ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਫਿਰ ਕਿਤਾਬੁਲ ਹਿੰਦ ਦੀ। ਅਲ ਬਰੂਨੀ ਕੌਣ ਸੀ, ਕਹਿੰਦੇ ਅਲ ਬਰੂਨੀ ਵਾਸ ਬੋਰਨ ਇਨ 973 ਇਨ ਖਵਾਰਿਜ਼ਮ ਇਨ ਪ੍ਰੈਜ਼ੈਂਟ ਡੇ ਉਜ਼ਬੇਕਿਸਤਾਨ। ਜਾਣੀ ਕਿ ਅਲ ਬਰੂਨੀ 'ਤੇ ਜਿਹੜਾ ਜਨਮ ਹੋਇਆ ਸੀਗਾ 973 ਈਸਵੀ ਦੇ ਵਿੱਚ ਖਵਾਰਿਜ਼ਮ ਦੇ ਵਿੱਚ, ਜਿਹਨੂੰ ਆਪਾਂ ਪ੍ਰੈਜ਼ੈਂਟ ਡੇ ਦੇ ਵਿੱਚ ਗੱਲ ਕਰੀਏ ਤਾਂ ਉਜ਼ਬੇਕਿਸਤਾਨ ਕਹਿੰਦੇ ਹਾਂ। ਜਿਵੇਂ ਆਪਾਂ ਗੱਲ ਕਰੀਏ ਹਿੰਦੁਸਤਾਨ, ਫਿਰ ਨਾਲ ਪਾਕਿਸਤਾਨ, ਫਿਰ ਅਫਗਾਨਿਸਤਾਨ, ਫਿਰ ਕਜ਼ਾਕਿਸਤਾਨ, ਤਾਂ ਫਿਰ ਉਜ਼ਬੇਕਿਸਤਾਨ, ਠੀਕ ਹੈ। ਤਾਂ ਉਸ ਟਾਈਮ ਦੇ ਵਿੱਚ ਕੀ ਕਿਹਾ ਜਾਂਦਾ ਸੀ ਇਹਨੂੰ, ਖਵਾਰਿਜ਼ਮ। ਤਾਂ ਉਸ ਤੋਂ ਬਾਅਦ ਕਹਿੰਦੇ ਕਿ ਇਹ ਖਵਾਰਿਜ਼ਮ ਵਾਜ਼ ਐਨ ਇੰਪੋਰਟੈਂਟ ਸੈਂਟਰ ਆਫ ਲਰਨਿੰਗ, ਕਹਿੰਦੇ ਕਿ ਇਹ ਜਿਹੜਾ ਖਵਾਰਿਜ਼ਮ ਸੀ ਉਸ ਸਮੇਂ ਕਾਫੀ ਜ਼ਿਆਦਾ ਮਹੱਤਵਪੂਰਨ ਸੈਂਟਰ ਮੰਨਿਆ ਜਾਂਦਾ ਸੀ ਕਾਹਦਾ, ਲਰਨਿੰਗ ਦਾ। ਕਹਿੰਦੇ ਐਂਡ ਅਲ ਬਰੂਨੀ ਰਿਸੀਵਡ ਦੀ ਬੈਸਟ ਐਜੂਕੇਸ਼ਨ ਅਵੇਲੇਬਲ ਐਟ ਦੀ ਟਾਈਮ, ਕਹਿੰਦੇ ਕਿ ਉਸ ਸਮੇਂ ਜਿਹੜਾ ਅਲ ਬਰੂਨੀ ਸੀਗਾ ਉਹਨੇ ਕਾਫੀ ਜ਼ਿਆਦਾ ਵਧੀਆ ਐਜੂਕੇਸ਼ਨ ਜਿਹੜੀ ਉਹ ਪ੍ਰਾਪਤ ਕੀਤੀ ਸੀਗੀ, ਕਦੋਂ, ਖਵਾਰਿਜ਼ਮ ਦੇ ਵਿੱਚ ਆਪਣੇ ਟਾਈਮ ਦੇ ਕੋਲ। ਹੀ ਵਾਜ਼ ਵੈਲ ਵਰਸਡ ਇਨ ਸੈਵਰਲ ਲੈਂਗੁਏਜ, ਕਹਿੰਦੇ ਕਾਫੀ ਜ਼ਿਆਦਾ ਜਿਹੜੀ ਲੈਂਗੁਏਜ ਉਹਨਾਂ ਦੇ ਬਾਰੇ ਜਾਣ ਪਹਿਚਾਣ ਸੀ, ਯਾਨੀ ਕਿ ਇਹਨੂੰ ਜਾਣਦਾ ਸੀਗਾ, ਨੌਲੇਜ ਸੀ ਜਿਹਨੂੰ ਕਹਿ ਸਕਦੇ। ਸੀਰੀਅਕ, ਅਰੇਬੀਅਕ, ਪਰਸ਼ੀਅਨ, ਹੈਰਬੀਅਨ, ਸੰਸਕ੍ਰਿਤ, although he did not know Greek and the familiar with the Socrates, Plato and other Greek philosophers having the read of the Arabian translation, ਕਹਿੰਦੇ ਕਿ ਇਹਨੂੰ ਸਾਰੇ ਜਿਹੜੀ ਅਰਬੀ ਭਾਸ਼ਾ ਕਹਿ ਲਈਏ, ਸੀਰੀਆ ਭਾਸ਼ਾ ਕਹਿ ਲਈਏ, ਪਰਸ਼ੀਅਨ ਕਹਿ ਲਈਏ, ਸੰਸਕ੍ਰਿਤ ਕਹਿ ਲਈਏ, ਅਲਥਰੂ ਗਰੀਕ, ਹਰ ਇੱਕ ਜਾਣੀ ਕਿ ਇੱਕ ਲੈਂਗੁਏਜ ਦੀ ਜਿਹੜੀ ਇਹਨੂੰ ਨੌਲੇਜ ਸੀਗੀ। ਬਟ ਕਹਿੰਦੇ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਕਈ ਜਿਹੜੇ ਫਿਲੋਸਫਰ ਸੀਗੇ, ਜਿਵੇਂ ਪਲੂਟੋ ਦੀ ਗੱਲ ਕਰ ਲਈਏ, ਠੀਕ ਹੈ, ਗਰੀਕ ਫਿਲੋਸਫਰ ਸੀਗੇ ਜਿਹੜੇ, ਉਹਨਾਂ ਨੇ ਵੀ ਆ ਕੇ ਅਰਬੀਅਨ ਭਾਸ਼ਾ ਨੂੰ ਜਿਹੜੀ ਟਰਾਂਸਲੇਟ ਕਰਨਾ ਜਾਰੀ ਕੀਤਾ, ਯਾਨੀ ਕਿ ਸਿੱਖਿਆ, ਜਿਹਦੇ ਵਿੱਚ ਇੱਕ ਅਲ ਬਰੂਨੀ ਵੀ ਸੀ। ਤਾਂ ਹੁਣ ਹੁੰਦਾ ਕੀ ਹੈ ਜੀ, ਇੱਥੇ ਇੱਕ ਚੇਂਜ ਆਉਂਦਾ, ਕਹਿੰਦੇ ਇਨ 1017 ਦੇ ਵਿੱਚ ਵੈਨ ਸੁਲਤਾਨ ਮੁਹੰਮਦ ਇਵਾਡਡ ਖਵਾਰਿਜ਼ਮ, ਕਹਿੰਦੇ ਖਵਾਰਿਜ਼ਮ ਦੇ ਉੱਪਰ ਜਦੋਂ ਹਮਲਾ ਕਰਦਾ ਸੁਲਤਾਨ ਮੁਹੰਮਦ, ਯਾਨੀ ਕਿ 1017 ਦੇ ਵਿੱਚ, ਤਾਂ ਹੁੰਦਾ ਕਿ ਉਦੋਂ ਹੀ ਟੁਕ ਸੈਵਰਲ ਸਕੋਲਰਸ ਐਂਡ ਪੋਇਟਸ ਬੈਕ ਟੂ ਹਿਜ਼ ਕੈਪੀਟਲ ਗਜ਼ਨੀ, ਕਹਿੰਦੇ ਜਿਹੜਾ ਸੁਲਤਾਨ ਹੁੰਦਾ ਮੁਹੰਮਦ ਸੁਲਤਾਨ, ਉਹ ਜਦੋਂ 1017 ਦੇ ਵਿੱਚ ਹਮਲਾ ਕਰਦਾ ਤਾਂ ਉਹ ਕਾਫੀ ਜ਼ਿਆਦਾ ਜਿਹੜੇ ਪੋਇਟ ਹੁੰਦੇ ਨੇ, ਜਿਹੜੇ ਸਕੋਲਰ ਹੁੰਦੇ ਨੇ, ਉਹਨਾਂ ਨੂੰ ਆਪਣੇ ਨਾਲ ਆਪਣੀ ਕੈਪੀਟਲ ਕਿੱਥੇ ਲੈ ਜਾਂਦਾ, ਕੈਪੀਟਲ ਕਿਹੜੀ, ਗਜ਼ਨੀ ਦੇ ਵਿੱਚ ਲੈ ਜਾਂਦਾ।
ਜਿਸ ਦੇ ਵਿੱਚ ਉਹ ਕਹਿੰਦਾ ਗਜ਼ਨੀ ਦੇ ਵਿੱਚ ਜਦੋਂ ਲੈ ਜਾਂਦਾ ਅਲ ਬਰੂਨੀ ਵਾਜ਼ ਵਨ ਆਫ ਦੈਮ ਵੈਰੀ ਇੰਪੋਰਟੈਂਟ ਲਾਈਨ ਆਫ ਦਿਸ। ਕਹਿੰਦੇ ਕਿ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਕੀ ਇਹਨਾਂ ਦੱਸਿਆ, ਕਹਿੰਦੇ ਜਿਨ੍ਹਾਂ ਵਿੱਚ ਸਾਰਾ ਜਦੋਂ ਲੈ ਕੇ ਜਾਂਦਾ ਤਾਂ ਉਹਨਾਂ ਦੇ ਵਿੱਚ ਅਲ ਬਰੂਨੀ ਵਾਜ਼ ਵਨ ਆਫ ਦੈਮ, ਇੱਕ ਉਹਨਾਂ ਦੇ ਵਿੱਚ ਕੌਣ ਸੀਗਾ, ਅਲ ਬਰੂਨੀ, ਜਿਸ ਦੇ ਉੱਪਰ ਆਪਾਂ ਗੱਲ ਕਰਦੇ ਪਏ ਹਾਂ। ਤਾਂ ਅਲ ਬਰੂਨੀ ਹੀ ਅਰਾਈਵਡ ਦੀ ਗਜ਼ਨੀ ਐਟ ਦਾ ਹੋਸਟੇਜ ਬਟ ਗ੍ਰੈਜੂਅਲੀ ਡਿਵੈਲਪਡ ਇਨ ਦਾ liking for the city where he spent the rest of his life until that death of the age of 70। ਤਾਂ ਕਹਿੰਦੇ ਕੀ ਹੁੰਦਾ ਹੁਣ ਜਦੋਂ ਗਜ਼ਨੀ ਦੇ ਵਿੱਚ ਉਹਨੂੰ ਸੁਲਤਾਨ ਮੁਹੰਮਦ ਕਾਫੀ ਪੋਇਟ ਨੂੰ ਲੈ ਜਾਂਦਾ ਅਰੈਸਟ ਕਰਕੇ ਜਾਂ ਬੰਦਕ ਬਣਾ ਕੇ ਆਪਾਂ ਕਹਿ ਸਕਦੇ ਹਾਂ, ਤਾਂ ਉਦੋਂ ਬਾਅਦ ਉਹਨਾਂ ਦੇ ਵਿੱਚ ਇੱਕ ਹੁੰਦਾ ਕੌਣ, ਅਲ ਬਰੂਨੀ। ਅਲ ਬਰੂਨੀ ਜਿਹੜਾ ਕੀ ਕਾਫੀ ਜ਼ਿਆਦਾ ਜਦੋਂ ਗਜ਼ਨੀ ਦੇ ਵਿੱਚ ਜਾਂਦਾ ਉਹਦੀ ਕੈਪੀਟਲ ਦੇ ਵਿੱਚ ਤਾਂ ਕਾਫੀ ਜ਼ਿਆਦਾ ਉਹਨੂੰ ਪਸੰਦ ਕਰਦਾ ਅਤੇ ਆਪਣੀ ਮੌਤ ਦੇ 70 ਸਾਲ ਯਾਨੀ ਕਿ ਉਸ ਤੋਂ ਬਾਅਦ 70 ਸਾਲ ਤੱਕ ਜਿਹੜਾ ਉਹ ਕੌਣ ਹੈ ਆਪਣਾ ਜਿਹੜਾ ਅਲ ਬਰੂਨੀ ਉਹ ਕਿੱਥੇ ਸਪੈਂਡ ਕਰਦਾ, ਗਜ਼ਨੀ ਦੇ ਵਿੱਚ, ਯਾਨੀ ਕਿ ਪੂਰੇ ਉਸ ਤੋਂ ਬਾਅਦ ਉਹਨੂੰ ਪੂਰੇ ਇੰਡੀਆ ਦਾ ਸਾਰਾ ਚੱਕਰ ਲਗਾਇਆ ਜਾਂਦਾ। ਹੁਣ ਇਟ ਵਾਸ ਗਜ਼ਨੀ ਦੈਟ ਅਲ ਬਰੂਨੀ ਡਿਵੈਲਪਡ ਐਂਡ ਦੇ ਇੰਟਰਸਟ ਇਨ ਇੰਡੀਆ। ਹੁਣ ਕੀ ਕਹਿੰਦਾ ਗਜ਼ਨੀ ਜਿਹੜਾ ਸੀਗਾ, ਗਜ਼ਨੀ ਦੀ ਕੈਪੀਟਲ ਦੇ ਨਾਲ ਨਾਲ ਜਿਹੜਾ ਅਲ ਬਰੂਨੀ ਸੀਗਾ ਉਹ ਕਿੱਥੇ ਇੰਡੀਆ ਦੇ ਵਿੱਚ ਵੀ ਇੰਟਰਸਟ ਲੈਣਾ ਉਹਨੇ ਸਟਾਰਟ ਕਰਤਾ। ਇਕੱਲਾ ਗਜ਼ਨੀ ਤੱਕ ਹੀ ਸੀਮਿਤ ਨਹੀਂ ਰਿਹਾ, ਉਸ ਤੋਂ ਬਾਅਦ ਵੀ ਉਹਨੇ ਬਾਹਰ ਵੀ ਜਾਣਾ, ਜਾਣੀ ਕਿ ਇੰਡੀਆ ਦੇ ਹਰ ਇੱਕ ਪਾਰਟ ਦੇ ਵਿੱਚ ਜਾਣਾ ਸਟਾਰਟ ਕਰਤਾ। ਦਿਸ ਇਜ਼ ਵਾਟ ਨਾਨ ਅਨਚੂਜ਼ਬਲ ਸੰਸਕ੍ਰਿਤ ਵਰਕ ਆਫ ਦੀ ਐਸਟਰੋਨੋਮੀ ਮਤਲਬ ਕਹਿ ਸਕਦੇ ਆਪਾਂ ਖਗੋਲ ਵਿਗਿਆਨ, ਕੁਝ ਸਾਇੰਸ ਦਾ ਪਾਰਟ ਸੀ ਜਿਹੜਾ। ਮੈਥਮੈਟਿਕਸ ਮੈਡੀਸਨ ਹੈਡ ਬੀਨ ਟਰਾਂਸਲੇਟਡ ਇਨਟੂ ਅਰੇਬਿਕ ਫਰੋਮ ਦੀ 8th century ਔਨਵਰਡ। ਕਹਿੰਦੇ ਉਦੋਂ ਕੀ ਕੀਤਾ ਜਾਂਦਾ ਸੀਗਾ, ਸੰਸਕ੍ਰਿਤ ਜਿਹੜੇ ਵਰਕਰ ਸੀਗੇ, ਐਸਟਰੋਨੋਮੀ, ਮੈਥਮੈਟਿਕਸ ਸੀਗਾ, ਮੈਡੀਸਨ ਵਗੈਰਾ ਸੀ, ਜਿਹੜੀ ਵੀ ਲੈਂਗੁਏਜ ਵਗੈਰਾ ਯਾਨੀ ਕਿ ਸਾਰੀਆਂ ਨੂੰ ਟਰਾਂਸਲੇਟ ਕੀਤਾ ਜਾਂਦਾ ਸੀਗਾ ਕਾਹਦੇ ਵਿੱਚ, ਅਰੇਬਿਕ ਦੇ ਵਿੱਚ 8th century ਦੇ ਵਿੱਚ ਔਨਵਰਡ, ਯਾਨੀ ਕਿ 8ਵੀਂ ਸੈਂਚਰੀ ਦੇ ਵਿੱਚ ਉਸ ਟਾਈਮ ਦੇ ਵਿੱਚ। ਤਾਂ ਆਪਾਂ ਸ਼ੁਰੂ ਦੇ ਵਿੱਚ ਹੀ ਪੜ੍ਹ ਕੇ ਆਏ ਸੀਗਾ ਜਿਹੜਾ ਅਲ ਬਰੂਨੀ ਸੀਗਾ ਇਹ ਸਟਾਰਟਿੰਗ ਤੋਂ ਹੀ ਯਾਨੀ ਕਿ ਇੰਪੋਰਟਡ ਸੈਂਟਰ ਦੇ ਲਰਨਿੰਗ ਨਾਲ ਜੁੜਿਆ ਹੋਇਆ ਸੀਗਾ, ਤਾਂ ਇਹਨੂੰ ਕਾਫੀ ਜ਼ਿਆਦੀਆਂ ਲੈਂਗੁਏਜ ਆਉਂਦੀਆਂ ਸੀ, ਜਿਹਦੇ ਵਿੱਚ ਇੱਕ ਕਿਹੜੀ ਸੀਗੀ, ਅਰਬੀ। ਤਾਂ ਅਰਬੀ ਦੇ ਵਿੱਚ ਹੀ ਇੱਥੇ ਟਰਾਂਸਲੇਟ ਕੀਤਾ ਜਾਂਦਾ ਸੀਗਾ ਸਾਰਾ ਕੁਛ। ਤਾਂ ਇਹਨੇ ਯਾਨੀ ਕਿ ਜਦੋਂ ਟਰਾਂਸਲੇਟ ਕੀਤਾ ਜਾਂਦਾ ਸੀ ਅਰਬੀ ਦੇ ਵਿੱਚ, ਅਤੇ ਇੱਥੋਂ ਦੀ ਜਿਹੜੀ ਮੈਥਮੈਟਿਕਸ ਸੀ ਉਹਨੂੰ ਵੀ ਪੜ੍ਹ ਲੈਂਦਾ ਸੀਗਾ, ਮੈਡੀਸਨ ਦੀ ਲੈਂਗੁਏਜ ਵੀ ਪੜ੍ਹ ਲੈਂਦਾ ਸੀਗਾ, ਐਸਟਰੋਨੋਮੀ ਜਿਹੜੀ ਸਾਇੰਸ ਯਾਨੀ ਕਿ ਸੰਸਕ੍ਰਿਤ, ਅਤੇ ਇਹ ਸਾਰੀਆਂ ਜਿਹੜੀਆਂ ਸੀਗੀਆਂ ਜਦੋਂ ਅਰਬੀ ਦੇ ਵਿੱਚ ਟਰਾਂਸਲੇਟ ਹੁੰਦੀਆਂ ਸੀਗੀਆਂ ਅਤੇ ਉਹਨਾਂ ਨੂੰ ਪੜ੍ਹ ਲੈਂਦਾ ਸੀ। ਵੈਨ ਦਾ ਪੰਜਾਬ ਬਿਕੇਮ ਅ ਪਾਰਟ ਆਫ ਦੀ ਗਜ਼ਨੀ ਅੰਪਾਇਰ, ਗਜ਼ਨੀਵਾਦ ਅੰਪਾਇਰ। ਕਹਿੰਦੇ ਜਦੋਂ ਪੰਜਾਬ ਸੀ ਜਿਹੜਾ ਉਹ ਵੀ ਕਹਿੰਦੇ ਗਜ਼ਨੀਵਾਦ ਅੰਪਾਇਰ ਦਾ ਜਦੋਂ ਪਾਰਟ ਇੱਕ ਬਣ ਗਿਆ ਤਾਂ ਉਦੋਂ ਕੀ ਹੁੰਦਾ, ਕਹਿੰਦਾ ਕੰਟੈਕਟ ਦੀ ਲੋਕਲ ਪੋਪੂਲੇਸ਼ਨ ਹੈਲਪਰ ਦੀ ਕ੍ਰੀਏਟ ਆਫ ਦੀ ਇਨਵਾਇਰਮੈਂਟਲ ਮੈਚੁਰਲੀ ਟਰਸਟ ਆਫ ਦੀ ਅੰਡਰਸਟੈਂਡਿੰਗ ਅਲ ਬਰੂਨੀ ਸਪੈਂਟ ਈਅਰ ਆਫ ਹਿਸ ਕੰਪਨੀ ਬ੍ਰਹਮਾ ਪ੍ਰੀਸਟ ਐਂਡ ਸਕੋਲਰਸ ਲਰਨਿੰਗ ਸੰਸਕ੍ਰਿਤ ਐਂਡ ਸਟੱਡਿੰਗ ਰਿਲੀਜੀਅਸ ਐਂਡ ਫਿਲੋਸਫਰਸ ਟੈਕਸਟ। ਤਾਂ ਕਹਿੰਦੇ ਜਦੋਂ ਪਾਰਟ ਬਣ ਜਾਂਦਾ ਤਾਂ ਉਸ ਟਾਈਮ ਜਿਹੜਾ ਅਲ ਬਰੂਨੀ ਹੁੰਦਾ ਕੁਛ ਈਅਰ ਜਿਹੜੇ ਨੇ ਉਹ ਕੰਪਨੀ ਬ੍ਰਹਮਾ ਦੀ ਕੰਪਨੀ ਦੇ ਵਿੱਚ, ਜਾਣੀ ਕਿ ਬ੍ਰਹਮਾ ਜਿਹੜੇ ਪ੍ਰਿਸਟ ਸੀਗੇ, ਸਕੋਲਰ ਸੀਗੇ, ਉਹਨਾਂ ਦੀ ਕੁਛ ਲਰਨਿੰਗ ਸੰਸਕ੍ਰਿਤ ਸਟੱਡਿੰਗ ਦੇ ਵਿੱਚ ਜਦੋਂ ਗੁਜ਼ਾਰਦਾ ਤਾਂ ਇਹਨੂੰ ਉੱਥੋਂ ਦੇ ਸਾਰੀ ਲੈਂਗੁਏਜ ਜਿਹੜੀ ਉਹ ਵੀ ਇਹਨੂੰ ਆਉਣੀ ਸਟਾਰਟ ਹੋ ਜਾਂਦੀ। ਜਾਣੀ ਕਿ ਜੋ ਵੀ ਫਿਲੋਸਫਰ ਵਗੈਰਾ ਟੈਕਸਟ ਦੇ ਉੱਪਰ ਉਸ ਟਾਈਮ ਜੋ ਟੈਕਸਟ ਹੁੰਦੇ ਸੀ ਉਹਦੇ ਉੱਪਰ ਜਦੋਂ ਲਿਖਦੇ ਸੀਗੇ ਤਾਂ ਉਹ ਵੀ ਇਹਨੂੰ ਜਾਣਨੇ, ਜਾਣੀ ਕਿ ਉਹਨਾਂ ਬਾਰੇ ਵੀ ਇਹਨੂੰ ਜਾਣਕਾਰੀ ਮਿਲਣੀ ਸਟਾਰਟ ਹੋ ਗਈ ਸੀ। ਤਾਂ ਕਹਿੰਦੇ ਵਾਈਲ ਹੀਜ਼ ਲਿਟਰੇਸੀ ਇਜ਼ ਨੋਟ ਕਲੀਅਰ, ਬਟ ਕਹਿੰਦੇ ਕੀ ਇਹ ਜਿਹੜੀ ਉੱਥੋਂ ਦੀ ਲਿਟਰੇਸੀ ਸੀਗੀ ਉਹ ਕਾਫੀ ਜ਼ਿਆਦਾ ਕਲੀਅਰ ਨਹੀਂ ਸੀ ਹੈਗੀ, ਜਾਣੀ ਕਿ ਲੈਂਗੁਏਜ ਜਾਂ ਕਹਿ ਦਈਏ ਜਾਂ ਵੀ ਜਿਹੜੇ ਫਿਲੋਸਫਰ ਟੈਕਸਟ ਦੇ ਉੱਪਰ ਲਿਖਦੇ ਸੀਗੇ ਉਹ ਜ਼ਿਆਦਾ ਕਲੀਅਰ ਨਹੀਂ ਸੀ। ਇਟ ਇਜ਼ ਲਾਈਕਲੀ ਦੈਟ ਦੀ ਟਰੈਵਲਡ ਵਾਈਡਲੀ ਇਨ ਦੀ ਪੰਜਾਬ ਦੀ ਪਾਰਟ ਆਫ ਦੀ ਨਾਰਥਨ ਇੰਡੀਆ। ਕਹਿੰਦੇ ਜੋ ਵੀ ਕਹਿੰਦੇ ਜ਼ਿਆਦਾਤਰ ਨਾਰਥਨ ਇੰਡੀਆ ਦੇ ਵਿੱਚ ਉਸ ਟਾਈਮ ਟਰੈਵਲਰ ਜਿਹੜੇ ਆਉਂਦੇ ਸੀਗੇ ਉਹ ਜ਼ਿਆਦਾਤਰ ਪੰਜਾਬ ਦੇ ਕੁਛ ਪਾਰਟ ਦੇ ਵਿੱਚੋਂ ਹੀ ਲੰਘ ਕੇ ਆਉਂਦੇ ਸੀਗੇ, ਜਿਨ੍ਹਾਂ ਦੇ ਵਿੱਚੋਂ ਗੱਲ ਕਰੀਏ ਜਦੋਂ ਅਲ ਬਰੂਨੀ ਨੂੰ ਲਿਆਂਦਾ ਗਿਆ ਸੀ ਤਾਂ ਉਹ ਵੀ ਹਿੰਦ ਦੇ ਪਾਰਟ ਦੇ ਵਿੱਚ, ਜਾਣੀ ਕਿ ਆਪਣਾ ਉਸ ਟਾਈਮ ਦੇ ਵਿੱਚ ਜਿਹੜੇ ਪੰਜਾਬ ਦਾ ਪਾਰਟ ਹੈ ਉੱਥੋਂ ਦੀ ਇਹਨੂੰ ਲਿਆਂਦਾ ਗਿਆ ਸੀਗਾ ਮੁਹੰਮਦ ਸੁਲਤਾਨ ਦੇ ਦੁਆਰਾ ਬੰਦਕ ਬਣਾ ਕੇ। ਤਾਂ ਉਸ ਤੋਂ ਬਾਅਦ ਟਰੈਵਲਰ ਲਿਟਰੇਚਰ ਦੀ ਆਲਰੇਡੀ ਸਟੈਪਡ ਆਫ ਦੀ ਅਰਬਿਕ ਲਿਟਰੇਚਰ ਆਫ ਦੀ ਹਮ ਦੇ ਜ਼ੀਰੋਟ ਲਿਟਰੇਚਰ ਆਫ ਦੀ ਡੀਲ ਆਫ ਦੀ ਲੈਂਡ ਟੂ ਸਪੈਂਡ ਸਹਾਰਾ ਡਿਜ਼ਰਟ ਇਨ ਦੀ ਵੋਸਟ ਆਫ ਦੀ ਰਿਵਰ ਵੋਲਗਾ ਨਾਰਥ ਸਾਊਥ ਵਾਈਲ ਦੈਟ ਫਿਊ ਪੀਪਲ ਇੰਡੀਆ ਵੁੱਡ ਵੀ ਲਾਈਕ ਅਲ ਬਰੂਨੀ ਬਿਫੋਰ 1500 ਮੈਨੀ ਅਦਰਸ ਆਊਟਸਾਈਡ ਇੰਡੀਆ ਮੈਨੀ ਹੈਵ ਡਨ ਸੋ। ਕਹਿੰਦੇ ਜਿਹੜੇ ਅਲ ਬਰੂਨੀ ਵੀ ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਵੀ ਜੋ ਵੀ ਅਲ ਬਰੂਨੀ ਦਾ ਲਿਟਰੇਚਰ ਵਗੈਰਾ ਮਿਲਦਾ, ਜੋ ਬੁੱਕ ਵਗੈਰਾ ਮਿਲਦੀਆਂ ਨੇ ਅਰਬਿਕ ਲਿਟਰੇਚਰ, ਉਸ ਤੋਂ ਇਲਾਵਾ ਜਿਹੜੇ ਹੋਰ ਟਰੈਵਲਰ ਆਏ ਸੀਗੇ ਅਫਰੀਕਾ ਤੋਂ ਗੱਲ ਕਰੀਏ ਜਾਂ ਸਹਾਰਾ ਡਿਜ਼ਰਟ ਤੋਂ ਗੱਲ ਕਰੀਏ, ਰਿਵਰ ਵੋਲਗਾ ਨਾਰਥ ਤੋਂ ਗੱਲ ਕਰੀਏ, ਉਹਨਾਂ ਨੇ ਕਾਫੀ ਜ਼ਿਆਦਾ ਨੂੰ ਪੜ੍ਹਿਆ ਹੋਣਾ, 1500 ਤੋਂ ਜ਼ਿਆਦਾ ਵਾਰ ਰੀਡ ਕੀਤਾ ਉਹਨਾਂ ਅਲ ਬਰੂਨੀ 'ਤੇ। ਬਟ ਇਹ ਆਪਾਂ ਜ਼ਿਆਦਾ ਮੈਂਸ਼ਨ ਨਹੀਂ ਕਰਦੇ, ਆਪਾਂ ਸਿਰਫ ਗੱਲ ਕਰਨੀ ਸੀ ਇਹਦੀ ਅਲ ਬਰੂਨੀ ਦੀ, ਵੀ ਅਲ ਬਰੂਨੀ ਦਾ ਜਨਮ ਕਿੱਥੇ ਹੋਇਆ, ਕਿਵੇਂ ਇੰਡੀਆ ਦੇ ਵਿੱਚ ਆਇਆ ਸੀਗਾ, ਕਿੱਥੇ ਦਾ ਰਹਿਣ ਵਾਲਾ ਸੀਗਾ, ਪ੍ਰੈਜ਼ੈਂਟ ਡੇ ਜਿਹਨੂੰ ਆਪਾਂ ਖਵਾਰਿਜ ਉਜ਼ਬੇਕਿਸਤਾਨ ਕਹਿੰਦੇ ਆ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਹਿੰਦੇ ਦੀ ਕਿਤਾਬ ਉਲ ਹਿੰਦ, ਜਿਹੜੀ ਕਿਹਨੇ ਲਿਖੀ ਸੀਗੀ, ਅਲ ਬਰੂਨੀ ਨੇ। ਕਹਿੰਦੇ ਅਲ ਬਰੂਨੀ ਨੇ ਹੁਣ ਜਦੋਂ ਕਿਤਾਬ ਉਲ ਹਿੰਦ ਲਿਖੀ, ਆਪਣਾ ਹਿੰਦੂ ਵਰਡ ਦਾ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਇੱਧਰ ਥੋੜ੍ਹੀ ਜਿਹੀ, ਤਾਂ ਇੱਥੇ ਇੱਕ ਆਪਾਂ ਗੱਲ ਕਰਾਂਗੇ ਜੀ ਹੁਣ ਅਲ ਬਰੂਨੀ ਕਿਤਾਬ ਉਲ ਹਿੰਦ ਰਿਟਨ ਇਨ ਅਰਬਿਕ, ਕਾਹਦੇ ਵਿੱਚ ਲਿਖੀਆਂ ਨੇ, ਅਰਬਿਕ ਦੇ ਵਿੱਚ।
ਇਜ਼ ਸਿੰਪਲ ਐਂਡ ਲੂਸਿਡ ਦਾ ਮਤਲਬ ਸਪਸ਼ਟ। ਕੀ ਤਰੀਕੇ ਨਾਲ ਲਿਖੀ ਨੇ ਅਲ ਬਰੂਨੀ ਨੇ ਜਿਹੜੀ ਕਿਤਾਬ ਹੈ ਆਪਣੀ ਕਿਤਾਬ ਉਲ ਹਿੰਦ, ਕਹਿੰਦੇ ਅਰਬੀ ਭਾਸ਼ਾ ਦੇ ਵਿੱਚ ਲਿਖੀ ਅਤੇ ਸਿੰਪਲ ਅਤੇ ਸਪਸ਼ਟ ਤਰੀਕੇ ਦੇ ਨਾਲ, ਜਾਣੀ ਕਿ ਹਰ ਇੱਕ ਜਿਹੜਾ ਸੀਗਾ ਉਹਨੂੰ ਕੀ ਹੈ ਪੜ੍ਹ ਸਕੇ, ਸਮਝ ਸਕੇ। ਇਟ ਇਜ਼ ਅ ਵੋਲੋਮੀਨੀਅਸ ਟੈਕਸਟ, ਜਾਣੀ ਕਿ ਵਿਸਤ੍ਰਿਤ ਖਾਸ ਕਹਿ ਸਕਦੇ ਹਾਂ ਗ੍ਰੰਥ ਸੀਗਾ ਜਿਹੜਾ ਇਹਨੇ ਕਿਤਾਬ ਉਲ ਹਿੰਦ ਲਿਖੀ। ਬਟ ਕੀ ਦੂਜੀ ਮੇਨ ਕੀ ਕਹਿੰਦਾ ਡਿਵਾਈਡਡ ਇਨਟੂ 80 ਚੈਪਟਰ, ਕਹਿੰਦਾ ਬਟ ਇਹਨੇ ਡਿਵਾਈਡ ਕੀਤਾ ਉਹਨੂੰ 80 ਚੈਪਟਰ ਦੇ ਵਿੱਚ ਔਨ ਸਬਜੈਕਟ ਸੱਚ ਆ ਰਿਲੀਜਨਸ ਐਂਡ ਫਿਲੋਸਫੀ, ਫੈਸਟੀਵਲ, ਐਸਟਰੋਨੋਮੀ, ਐਲਕੋਲੀ, ਮੈਨਰਸ, ਸੋਸ਼ਲ ਲਾਈਫ, ਵੇਟਸ ਐਂਡ ਮੇਜ਼ਰਸ, ਇਨਕਰੋਗ੍ਰਾਫੀ, ਲਾਜ਼, ਮੈਟਰੋਲੋਜੀ। ਹੁਣ ਜਦੋਂ ਕਿਤਾਬ ਉਲ ਹਿੰਦ ਲਿਖੀ ਉਹਦੇ ਵਿੱਚ 80 ਜਿਹੜੇ ਚੈਪਟਰ ਸੀਗੇ, 80 ਚੈਪਟਰ ਦੇ ਵਿੱਚੋਂ ਫੈਸਟੀਵਲ ਵੀ ਸੀਗੀ, ਫਿਲੋਸਫੀ ਸੀਗੀ, ਐਸਟਰੋਨੋਮੀ, ਐਲਕੋਲੋਜੀ ਸੀਗੀ, ਠੀਕ ਹੈ, ਸੋਸ਼ਲ ਲਾਈਫ ਵੀ ਸੀਗੀ, ਵੇਟ ਵੀ ਸੀਗੇ, ਕਸਟਮ ਵੀ ਸੀਗੇ, ਮੇਜਰ ਸੀਗੇ, ਇਨਕਰੋਗ੍ਰਾਫੀ, ਲਾਜ਼। ਇਹਨਾਂ ਵੱਖਰੀਆਂ ਦੇ ਉੱਪਰ ਵੱਖਰੀ ਭਾਸ਼ਾ, ਵੱਖਰੀ ਲੈਂਗੁਏਜ ਯੂਜ਼ ਕਰਕੇ ਇਹਨੇ ਕਾਫੀ ਜ਼ਿਆਦਾ ਜਿਹੜੀ ਆਪਣੀ ਬੁੱਕ ਹੈ ਉਹਨੂੰ ਕਾਫੀ ਕਿਤਾਬ ਉਲ ਹਿੰਦ ਨੂੰ ਕਾਫੀ ਲੰਬਾ ਜਿਹੜਾ ਖਿੱਚਿਆ ਸੀਗਾ 80 ਚੈਪਟਰ ਦੇ ਵਿੱਚ। ਜਿਵੇਂ ਆਪਾਂ ਗੱਲ ਕਰੀਏ ਵੀ ਆਪਣੀ ਜਿਹੜੀ ਇਹ ਬੁੱਕ ਹੈ ਹਿਸਟਰੀ ਦੀ ਸੈਕਿੰਡ ਪਾਰਟ, ਇਹਦੇ ਕਿੰਨੇ ਟੋਟਲ ਚੈਪਟਰ ਨੇ, 6 ਨੇ ਜਾਂ 5 ਨੇ, ਉਵੇਂ ਜਿਹੜੇ ਸੀ ਕਿਤਾਬ ਉਲ ਹਿੰਦ ਦੇ ਟੋਟਲ 80 ਚੈਪਟਰ ਸੀਗੇ। ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਥਰੋ ਨੋਟ, ਜਨਰਲੀ ਥਰੋ ਨੋਟ ਆਲਵੇਜ਼ ਦ ਅਲ ਬਰੂਨੀ ਅਡੋਪਟਡ ਆ ਡਿਸਟੈਂਸ ਆਫ ਦੀ ਸਟਰਕਚਰ ਈਚ ਚੈਪਟਰ beginning the question following with the description of the Sanskrit tradition concluding with the comparison of the other culture। ਹੁਣ ਕਹਿੰਦੀ ਜਿਹੜਾ ਵੀ ਇਹਨੇ ਅਲ ਬਰੂਨੀ ਨੇ ਜੋ ਵੀ ਆਪਣੇ ਸਟਰਕਚਰ ਲਿਖਿਆ ਈਚ ਚੈਪਟਰ, ਹਰ ਇੱਕ ਚੈਪਟਰ ਸੀਗਾ ਜਿਹੜੇ ਜੋ ਉਹਦੇ ਵਿੱਚ ਕੁਐਸਚਨ ਸੀਗਾ ਉਹ ਫੋਲੋ ਕਰਦਾ ਸੀਗਾ, ਜਾਣੀ ਕਿ ਸੰਸਕ੍ਰਿਤ ਟ੍ਰੈਡੀਸ਼ਨ ਨੂੰ ਲੈ ਕੇ ਜਾਂ ਸੰਸਕ੍ਰਿਤ ਕਲਚਰ ਨੂੰ ਲੈ ਕੇ ਜਾਂ ਇੰਡੀਆ ਦੇ ਕਲਚਰ ਨੂੰ ਗੱਲ ਕਰੀਏ ਉਹਦੇ ਨਾਲ ਕੰਪੈਰੀਜ਼ਨ ਕਰਦਾ ਸੀਗਾ ਸਾਰਾ ਕੁਛ ਇਹਦਾ। ਸਮ ਪ੍ਰੈਜ਼ੈਂਟ ਡੇ ਸਕੋਲਰਸ ਹੈਵ ਆਰਗੂਡ ਦੀ ਆਲਮੋਸਟ ਜਾਂ ਮੈਟ੍ਰਿਕ ਸਟਰਕਚਰ ਰਿਮਾਰਕਸ। ਇਹਦੇ ਵਿੱਚ ਇਹਨਾਂ ਨੇ ਦੱਸਿਆ ਵੀ ਜਿਹੜੇ ਜਾਣੀ ਕਿ ਤਰਕ ਵਿਦਵਾਨਾਂ ਦਾ ਕਹਿਣਾ ਵੀ ਜਿਹੜਾ ਅਲ ਬਰੂਨੀ ਸੀਗਾ ਖਾਸ ਕਰਕੇ ਉਹਦਾ ਜਾਣੀ ਕਿ ਜ਼ਿਆਦਾ ਜਿਹੜਾ ਝੁਕਾਅ ਸੀਗਾ ਉਹ ਕਾਹਦੇ ਵੱਲ ਸੀਗਾ, ਮੈਥਮੈਟਿਕਸ ਵੱਲ ਸੀਗਾ, ਜਾਣੀ ਕਿ ਜ਼ਿਆਦਾ ਪਸੰਦ ਕਿਹਨੂੰ ਕਰਦਾ ਸੀਗਾ, ਮੈਥ ਨੂੰ। ਉਸ ਤੋਂ ਬਾਅਦ ਗੱਲ ਕਰੀਏ ਆਪਾਂ ਅਲ ਬਰੂਨੀ ਵੂ ਰੋਟ ਇਨ ਅਰਬਿਕ prohibient his work in the people living along of the frontier in the subcontinent. He was familiar with the translate and adoption of the Sanskrit, Pali, Prakrit and Arabic. These are the regard of the fables, work on the astronomy and medicine। ਸੋ ਇਹ ਆਪਣਾ ਇੰਗਲਿਸ਼ ਵਾਲਾ ਪੈਰਾ ਤੁਸੀਂ ਪੜ੍ਹ ਸਕਦੇ, ਮੈਂ ਤੁਹਾਨੂੰ ਟਰਾਂਸਲੇਟ ਕਰਕੇ ਦੱਸ ਦਿੰਦਾ ਵੀ ਇਹਦੇ ਵਿੱਚ ਕੀ ਕਹਿੰਦਾ। ਜਦੋਂ ਲਿਖਣ ਲੱਗਾ ਸੀ ਤਾਂ ਉਹਨੂੰ ਅਰਬੀ ਭਾਸ਼ਾ ਨੂੰ ਯੂਜ਼ ਕੀਤਾ ਸੀਗਾ, ਆਪਾਂ ਸਟਾਰਟਿੰਗ ਦੇ ਵਿੱਚ ਹੀ ਆਪਾਂ ਕਰਕੇ ਆਏ ਹਾਂ, ਅਤੇ ਆਪਣੀਆਂ ਕਥਾਵਾਂ ਉਹਨਾਂ ਨੇ ਸਬ ਕੌਂਟੀਨੈਂਟ ਦੇ ਵਿੱਚ, ਜਾਣੀ ਕਿ ਜਿਹੜੇ ਕੌਂਟੀਨੈਂਟ ਦਾ ਕੁਛ ਪਾਰਟ ਨੇ, ਜਿਵੇਂ ਆਪਾਂ ਇੱਕ ਕੌਂਟੀਨੈਂਟ ਹੁੰਦਾ ਉਹਦੇ ਛੋਟੇ ਜੋ ਦੇਸ਼ ਟੁਕੜੇ ਹੁੰਦੇ ਨੇ, ਤਾਂ ਆਪਣਾ ਜੋ ਵੀ ਛੋਟੇ ਉਹਦੇ ਕੌਂਟੀਨੈਂਟ ਸੀਗੇ, ਜਿਹੜੇ ਪਾਰਟ ਸੀਗੇ ਉਹਦੇ ਵਿੱਚ ਜਿਹੜੇ ਰਹਿਣ ਵਾਲੇ ਸੀਗੇ ਅੰਦਰ, ਉਹਨਾਂ ਲਈ ਇਹਨੇ ਆਪਣੀ ਇੱਕ ਜਿਹੜੀ 80 ਚੈਪਟਰ ਨੇ ਉਹਨਾਂ ਲਈ ਵੀ ਲਿਖੇ। ਉਸ ਤੋਂ ਇਲਾਵਾ ਕਹਿੰਦੇ ਨੇ ਸੰਸਕ੍ਰਿਤ ਪਾਲੀ ਅਤੇ ਗ੍ਰੰਥਾਂ ਦੇ ਅਰਬਿਕ ਭਾਸ਼ਾ ਨੂੰ ਟਰਾਂਸਲੇਟ ਵੀ ਜਾਣੀ ਕਿ ਕਰਨਾ ਜਾਣਦਾ ਸੀਗਾ ਇਹ। ਇਸ ਤੋਂ ਇਲਾਵਾ ਕਹਿੰਦੇ ਇਹਨਾਂ ਗ੍ਰੰਥਾਂ ਦੇ ਵਿੱਚ ਭਾਸ਼ਾ ਸ਼ੈਲੀ ਨੂੰ ਲੈ ਕੇ ਜਾਣੀ ਕਿ ਉਹਨੇ ਸੁਧਾਰ ਵੀ ਕਰਨਾ ਚਾਹਿਆ ਕਾਫੀ ਜ਼ਿਆਦਾ। ਕਹਿੰਦੇ ਕਿ ਹਾਊਐਵਰ ਹੀ ਵਾਸ ਰੋਟ ਐਂਡ ਕ੍ਰਿਟੀਕਲ ਅਬਾਊਟ ਦੀ ਵੇ ਆਫ ਦੀ ਵਿਚ ਦੀਸ ਟੈਕਸਟ ਵਾਰ ਰਿਟਨ ਐਂਡ ਕਲੀਅਰਲੀ ਵਾਂਟਡ ਦੀ ਇੰਪਰੂਵ ਔਨ ਦੈਮ, ਜਾਣੀ ਕਿ ਜਿਹੜੀ ਭਾਸ਼ਾ ਵਗੈਰਾ ਸੀਗਾ ਉਹਦੇ ਉੱਪਰ ਕਾਫੀ ਜ਼ਿਆਦਾ ਨੇ ਸੁਧਾਰ ਕਰਨਾ ਚਾਹਿਆ। ਸੋ ਇਹ ਸੀਗਾ ਆਪਣਾ ਫਸਟ ਅਲ ਬਰੂਨੀ, ਕਿੱਥੋਂ ਆਇਆ ਸੀਗਾ, ਕਿਵੇਂ ਇਹਦਾ ਕਿੱਥੇ ਜਨਮ ਹੋਇਆ, ਅਤੇ ਇਹਦੀ ਕਿਤਾਬ ਉਲ ਹਿੰਦ ਦੀ ਆਪਾਂ ਗੱਲ ਕੀਤੀ ਹੈ। ਸੋ ਸੈਕਿੰਡ ਆਪਾਂ ਗੱਲ ਕਰਾਂਗੇ ਇਬਨ ਬਤੂਤਾ ਅਤੇ ਉਹਦੀ ਜਿਹੜੀ ਬੁੱਕ ਸੀਗੀ ਜਾਂ ਉਹਦੇ 'ਚ ਆਪਾਂ ਜਿੰਨਾ ਟਰੈਵਲਰ ਸੀ ਜਿਹੜੀ ਉਹਨੇ ਯਾਤਰਾ ਕੀਤੀ ਸੀ ਰਿਹਾਲਾ, ਉਹਦੀ ਆਪਾਂ ਗੱਲ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਸੋ ਕੋਈ ਵੀ ਤੁਹਾਨੂੰ ਇਹਦੇ ਵਿੱਚ ਡਾਊਟ ਹੋਵੇ, ਕੋਈ ਵੀ ਇਨਕੁਆਇਰੀ ਹੋਵੇ, ਸੋ ਯੂ ਕੈਨ ਟਾਕ ਵਿਦ ਮੀ। ਥੈਂਕ ਯੂ।